Hello, my beautiful viewers. Welcome back to my channel. ਇਸ ਤੋਂ ਪਹਿਲਾਂ ਵਿੱਚ ਓਬਲੀਕ ਐਕਸਿਸ ਦੇ ਅਸੀਂ 3 ਲੈਕਚਰ ਕਵਰ ਕਰ ਚੁੱਕੇ ਹਾਂ, ਜਿਸ ਦੇ ਵਿੱਚ ਅਸੀਂ ਡੈਫੀਨੇਸ਼ਨ, ਡਿਸਟੈਂਸ ਫਾਰਮੂਲਾ, ਸੈਕਸ਼ਨ ਫਾਰਮੂਲਾ, ਲੈਂਥ ਆਫ ਪਰਪੈਂਡੀਕੂਲਰ, ਏਰੀਆ ਆਫ ਅ ਟਰਾਇੰਗਲ ਟੌਪਿਕ ਡਿਸਕਸ ਕਰ ਚੁੱਕੇ ਹਾਂ। ਅੱਜ ਸਾਡਾ ਨੈਕਸਟ ਟੌਪਿਕ ਹੈ ਬੱਚੇ ਐਂਗਲ ਬਿਟਵੀਨ ਪੇਅਰ ਆਫ ਲਾਈਨ। ਸਪੈਕਟਰਮ ਦੀ ਬੁੱਕ 'ਤੇ ਸਾਡੇ ਕੋਲ ਆਰਟੀਕਲ ਨੰਬਰ 11 ਹੈ। ਕਹਿੰਦੇ ਜਦੋਂ ਸਾਡੇ ਕੋਲ ਦੋ ਪੇਅਰ ਲਾਈਨਸ ਦਿੱਤੀਆਂ ਹੋਣ ਬੱਚੇ, ਉਹਦੇ ਵਿੱਚ ਅਸੀਂ ਨੇ ਐਂਗਲ ਫਾਈਂਡ ਆਊਟ ਕਰਨਾ ਹੋਵੇ ਤਾਂ ਉਹ ਕਿਵੇਂ ਫਾਈਂਡ ਆਊਟ ਹੋਏਗਾ ਜਾਂ ਕੀ ਐਂਗਲ ਹੋਏਗਾ, ਉਹਦਾ ਫਾਰਮੂਲਾ ਡਰਾਈਵ ਕਰਨਾ। ਟੂ ਫਾਈਂਡ ਦੀ ਐਂਗਲ ਬਿਟਵੀਨ ਦੀ ਲਾਈਨ ax ਸਕੁਅਰ ਪਲਸ by ਸਕੁਅਰ ਪਲਸ 2hxy ਇਕੁਅਲ ਟੂ 0 ਰੈਫਰ ਟੂ ਦੀ ਐਕਸਿਸ ਇਨਕਲਾਈਨਡ ਐਂਡ ਐਂਗਲ ਓਮੇਗਾ। ਹੁਣ ਦੇਖੋ ਪਹਿਲਾਂ ਕੀ ਕਹਿ ਰਿਹਾ, ਕਹਿੰਦਾ ਸਾਡੇ ਕੋਲ ਓਬਲੀਕ ਐਕਸਿਸ ਨੇ ਜੋ ਕਿਹੜੇ ਐਂਗਲ 'ਤੇ ਇਨਕਲਾਈਨਡ ਨੇ, ਓਮੇਗਾ ਐਂਗਲ 'ਤੇ ਇਨਕਲਾਈਨਡ ਨੇ। ਹੁਣ ਇਹਦੇ ਵਿੱਚ ਜਿਹੜੀਆਂ ਲਾਈਨਸ ਨੇ, ਹੁਣ ਬੱਚੇ ਕਹੋਗੇ ਇੱਥੇ ਸਟੇਟਮੈਂਟ ਤਾਂ ਇੱਕ ਦਿੱਤੀ ਹੋਈ ਆ, ਪਰ ਲਾਈਨਸ ਵਰਡ ਲਿਖ ਰਿਹਾ। ਦੇਖੋ ਇਹ ਜਿਹੜੀ ਇਕੁਏਸ਼ਨ ਹੈ ਸਾਡੇ ਕੋਲ ਹੋਮੋਜੀਨੀਅਸ ਇਕੁਏਸ਼ਨ ਆ। ਹੋਮੋਜੀਨੀਅਸ ਇਕੁਏਸ਼ਨ ਕੀ ਹੁੰਦੀ ਆ, ਜਿੱਥੇ ਬੱਚੇ ਹਰੇਕ ਵੇਰੀਏਬਲ ਜਿਹੜੇ ਇਹਦੇ ਵਿੱਚ ਵੇਰੀਏਬਲਸ ਨੇ ਉਹਨਾਂ ਦੀ ਡਿਗਰੀ ਕੀ ਹੋਣੀ ਚਾਹੀਦੀ ਹੈ, ਸੇਮ। ਦੇਖੋ ਇੱਥੇ ਸਾਡੇ ਕੋਲ ਉਹਦੀ ਪਾਵਰ ਕੀ ਹੈ 2, ਇੱਥੇ ਵੀ y ਦੀ ਪਾਵਰ 2 ਕੀ ਹੈ 2। ਇੱਥੇ ਕੀ ਹੈ ਸਾਡੇ ਕੋਲ x ਐਂਡ y ਦੋਹਾਂ ਦੀ ਪਾਵਰ 1 ਆ, ਦੋਹਾਂ ਨੂੰ ਐਡ ਕਰੋਗੇ ਵਿੱਚ 2, ਤਾਂ ਓਵਰਆਲ ਸਾਰਿਆਂ ਦੀ ਪਾਵਰ ਕੀ ਬਣ ਰਹੀ ਹੈ 2 ਬਣ ਰਹੀ ਹੈ। ਇਸਦਾ ਮਤਲਬ ਡਿਗਰੀ ਕੀ ਹੋ ਰਹੀ ਹੈ ਸਾਰਿਆਂ ਦੀ ਸੇਮ। ਜਦੋਂ ਡਿਗਰੀ ਸੇਮ ਹੋਵੇ ਤਾਂ ਅਸੀਂ ਉਹਨੂੰ ਕੀ ਬੋਲਦੇ ਹਾਂ, ਹੋਮੋਜੀਨੀਅਸ ਇਕੁਏਸ਼ਨ। ਇਹ ਹੋਮੋਜੀਨੀਅਸ ਇਕੁਏਸ਼ਨ ਆਫ ਸੈਕਿੰਡ ਆਰਡਰ। ਦੈਨ ਜੇ ਸੈਕਿੰਡ ਆਰਡਰ ਆ ਬੱਚੇ ਤਾਂ ਕਿੰਨੀਆਂ ਇੱਕ ਪੇਅਰ ਆਫ ਕਿੰਨੀਆਂ ਲਾਈਨਸ ਨੂੰ ਇਹ ਰਿਪਰਜੈਂਟ ਕਰਦੀ ਹੋਏਗੀ, ਪੇਅਰ ਨੂੰ ਰਿਪਰਜੈਂਟ ਕਰਦੀ ਹੋਏਗੀ। ਇਸਦਾ ਮਤਲਬ 2 ਲਾਈਨਸ ਨੂੰ ਇਹ ਰਿਪਰਜੈਂਟ ਕਰ ਰਹੀ ਹੋਏਗੀ। ਅਸੀਂ ਕਿਹਾ ਕਹਿੰਦੇ ਜਿਹੜੀਆਂ 2 ਲਾਈਨਸ ਨੇ, ਮੰਨ ਲਓ ਬੱਚੇ ਇਹ ਲਾਈਨ ਸਾਡੇ ਕੋਲ ਇਸ ਤਰ੍ਹਾਂ ਦੀਆਂ ਨੇ, ਕੁਛ ਇੱਕ ਲਾਈਨ ਆ ਪਈ ਆ, ਇੱਕ ਲਾਈਨ ਆ ਪਈ ਆ। ਇਹਨਾਂ ਦੋਹਾਂ ਦੇ ਵਿੱਚ ਬਣਨ ਵਾਲਾ ਐਂਗਲ ਅਸੀਂ ਨੇ ਫਾਈਂਡ ਕਰਨਾ। ਆਹ ਦੋਹਾਂ ਦੇ ਵਿੱਚ ਬਣਨ ਵਾਲਾ ਐਂਗਲ ਅਸੀਂ ਸਪੋਜ਼ ਕੀਤਾ ਬੱਚੇ ਜਿਹੜੀ ਫਸਟ ਲਾਈਨ ਆ ਉਹ ਸਾਡੇ ਕੋਲ ਐਕਸ ਐਕਸਿਸ ਦੇ ਨਾਲ ਕੀ ਬਣਾ ਰਹੀ ਆ, θ1 ਐਂਗਲ ਬਣਾ ਰਹੀ ਆ। ਅਤੇ ਜਿਹੜੀ ਸੈਕਿੰਡ ਲਾਈਨ ਆ ਉਹ ਸਾਡੇ ਕੋਲ ਐਕਸ ਐਕਸਿਸ ਦੇ ਨਾਲ ਕਿੰਨਾ ਐਂਗਲ ਬਣਾ ਰਹੀ ਆ, θ2 ਐਂਗਲ ਬਣਾ ਰਹੀ ਆ। ਫਾਈਂਡ ਕੀ ਕਰਨਾ ਇਹਨਾਂ ਦੋਹਾਂ ਦੇ ਵਿਚਲਾ ਐਂਗਲ। ਤਾਂ ਬੱਚੇ ਦੇਖੋ ਓਵਰਆਲ ਜੇ ਆ ਸਾਡੇ ਕੋਲ θ2 ਆ θ1 ਆ, ਤਾਂ ਇੱਥੇ ਕੀ ਬਚੇਗਾ θ2 ਮਾਈਨਸ θ1। ਇਹੀ ਐਂਗਲ ਅਸੀਂ ਨੇ ਫਾਈਂਡ ਕਰਨਾ, ਇਹਦੇ ਲਈ ਹੀ ਫਾਰਮੂਲਾ ਅਸੀਂ ਨੇ ਡਰਾਈਵ ਕਰਨਾ। ਤਾਂ ਹੁਣ ਬੱਚੇ ਸਾਡਾ ਮੇਨ ਟਾਰਗੇਟ ਕੀ ਆ ਕਿ ਅਸੀਂ θ ਮਾਈਨਸ θ' ਐਂਗਲ ਆ, θ2 ਮਾਈਨਸ θ1 ਆ ਜਿਹੜਾ ਐਂਗਲ, ਇਹਨੂੰ ਅਸੀਂ ਫਾਈਂਡ ਕਰ ਸਕੀਏ। ਹੁਣ ਕੀ ਕਿਹਾ ਬੱਚੇ, ਕਹਿੰਦੇ ਅਸੀਂ ਨੇ ਸਭ ਤੋਂ ਪਹਿਲਾਂ ਸਪੋਜੀਸ਼ਨ ਕੀਤੀ ਜਾਂ ਕਿਹਾ, ਕਹਿੰਦੇ ਜਿਹੜੀਆਂ ਲਾਈਨ ਆ ਸਾਡੇ ਕੋਲ ਬੀ ਨੋ ax ਸਕੁਅਰ ਪਲਸ by ਸਕੁਅਰ ਪਲਸ 2hxy ਇਹ ਹੋਮੋਜੀਨੀਅਸ ਇਕੁਏਸ਼ਨ ਆ। ਜੇ ਹੋਮੋਜੀਨੀਅਸ ਇਕੁਏਸ਼ਨ ਆਫ ਸੈਕਿੰਡ ਡਿਗਰੀ ਤਾਂ ਇਹ ਕੀ ਕਰਦੀ ਹੋਏਗੀ, 2 ਸਟ੍ਰੇਟ ਲਾਈਨ ਨੂੰ ਕੀ ਕਰਦੀ ਹੋਏਗੀ, ਰਿਪਰਜੈਂਟ ਕਰਦੀ ਹੋਏਗੀ। ਉਹ ਕਿਹੜੀਆਂ 2 ਲਾਈਨ ਜੋ ਕਿੱਥੋਂ ਦੀ ਪਾਸ ਹੋ ਰਹੀਆਂ ਨੇ ਬੱਚੇ, ਓਰੀਜਨ ਦੇ, ਕਿਉਂਕਿ ਇਹਦੇ ਵਿੱਚ ਕੋਈ ਕੌਨਸਟੈਂਟ ਟਰਮ ਸਾਡੇ ਕੋਲ ਸਿਰਫ x ਤੇ y ਦੀ ਫਾਰਮ ਦੇ ਵਿੱਚ ਇਹ ਹੋਮੋਜੀਨੀਅਸ ਇਕੁਏਸ਼ਨ ਆ। ਹੁਣ ਜੇ ਓਰੀਜਨ ਦੇ ਵਿੱਚੋਂ ਦੀ ਪਾਸ ਕਰ ਰਹੀਆਂ ਨੇ ਬੱਚੇ ਤਾਂ ਸਿੰਪਲ ਅਸੀਂ ਸਲੋਪ ਫਾਰਮ ਕਿਵੇਂ ਲਿਖ ਸਕਦੇ ਸੀ, ਜਿਵੇਂ y ਇਜ਼ ਇਕੁਅਲ ਟੂ mx ਪਲਸ c, ਇਹੀ ਸਿੰਪਲ ਸਲੋਪ ਫਾਰਮ ਸੀ। ਬਟ ਸੀ ਕੀ ਹੁੰਦਾ ਸਾਡੇ ਕੋਲ, ਡਿਸਟੈਂਸ, ਕਿੰਨੇ ਡਿਸਟੈਂਸ ਤੋਂ ਨਿਕਲ ਰਹੀ ਆ, ਐਕਸ ਐਕਸਿਸ ਜੋ ਵਾਈ ਐਕਸਿਸ ਨੂੰ ਕੱਟ ਕਰ ਰਹੀ ਆ। ਬਟ ਸਾਡੇ ਕੋਲ ਇੱਥੇ ਹੁਣ ਡਿਸਟੈਂਸ ਓਰੀਜਨ 'ਚ ਹੀ ਪਾਸ ਹੋ ਰਿਹਾ, ਤਾਂ ਬੱਚੇ ਸੀ ਕੀ ਹੈ 0। ਤਾਂ ਜਿਹੜੀਆਂ 2 ਇਕੁਏਸ਼ਨਸ ਹੋਣਗੀਆਂ ਅਸੀਂ ਉਹਦੀ ਲੈਟ ਕਰ ਲਈ। ਇੱਕ ਦੀ ਇਕੁਏਸ਼ਨ ਕੀ ਹੈ m1x, ਦੂਸਰੀ ਦੀ ਇਕੁਏਸ਼ਨ ਸਾਡੇ ਕੋਲ ਕੀ ਹੈ m2x। ਸੋ ਜੋ 2 ਲਾਈਨ ਅਸੀਂ ਰਿਪਰਜੈਂਟ ਕੀਤੀਆਂ ਸੀਗੀਆਂ, ਜੋ ਡਰੋ ਕੀਤੀਆਂ ਸੀ, ਉਹਦੇ ਵਿੱਚੋਂ ਇੱਕ ਦੀ ਇਕੁਏਸ਼ਨ ਲੈ ਲਈ y ਇਜ਼ ਇਕੁਅਲ ਟੂ m1x, ਸੈਕਿੰਡ ਦੀ ਇਕੁਏਸ਼ਨ ਕੀ ਲੈ ਲਈ y ਇਜ਼ ਇਕੁਅਲ ਟੂ m2x। ਦੇਖੋ ਇਹ ਤਾਂ ਹੋ ਗਈ ਸਾਡੇ ਕੋਲ ਸਿੰਪਲ ਸੈਪਰੇਟ ਦੀ। ਹੁਣ ਦੋਹਾਂ ਨੂੰ ਜੁਆਇਨ ਕਰਕੇ ਜੇਕਰ ਅਸੀਂ ਇਹਦੇ ਨਾਲ ਕੰਪੇਅਰ ਕਰਨਾ ਚਾਹੁੰਦੇ ਹਾਂ ਤਾਂ ਜੁਆਇੰਟ ਇਕੁਏਸ਼ਨ ਇਹਨਾਂ ਦੀ ਕੀ ਹੋਏਗੀ, ਕੀ ਕਰੋ ਬੱਚੇ ਪਹਿਲਾਂ ਤਾਂ ਇਹਨੂੰ ਫਾਰਮ 'ਚ ਲਿਖੋ, y ਮਾਈਨਸ f1x ਇਜ਼ ਇਕੁਅਲ m1x ਇਜ਼ ਇਕੁਅਲ ਟੂ 0। ਸੈਕਿੰਡ ਇਕੁਏਸ਼ਨ ਕੀ ਬਣ ਜਾਏਗੀ, m2x ਇਜ਼ ਇਕੁਅਲ ਟੂ 0। ਜੁਆਇੰਟ ਇਕੁਏਸ਼ਨ ਬਣਾਉਣੀ ਹੈ ਤਾਂ ਇੱਧਰਲੀ ਸਾਈਡ ਨਾਲ ਪ੍ਰੋਡਕਟ ਲੈਫਟ ਹੈਂਡ ਸਾਈਡ ਦੀ ਲੈਫਟ ਹੈਂਡ ਸਾਈਡ, ਰਾਈਟ ਹੈਂਡ ਸਾਈਡ ਦੀ ਰਾਈਟ ਹੈਂਡ ਸਾਈਡ। ਤਾਂ ਹੁਣ ਸਾਡੇ ਕੋਲ ਪ੍ਰੋਡਕਟ ਕਰਨ ਤੋਂ ਬਾਅਦ ਬੱਚੇ ਦੀ ਜੁਆਇੰਟ ਇਕੁਏਸ਼ਨ ਆ ਜਿਹੜੀ ਉਹ ਕੁਛ ਇਸ ਫਾਰਮ ਦੀ ਬਣ ਰਹੀ ਹੈ। ਵੇਟ, ਹਾਂਜੀ, ਇਸ ਫਾਰਮ ਦੀ ਸਾਡੇ ਕੋਲ ਇਹਦੀ ਜੁਆਇੰਟ ਇਕੁਏਸ਼ਨ ਬਣਦੀ ਹੈ। ਜਿਵੇਂ ਇਹਨੂੰ ਪ੍ਰੋਡਕਟ ਕਰੋਗੇ ਕੀ ਬਣ ਜਾਏਗਾ ਬੱਚੇ, y ਸਕੁਅਰ ਮਾਈਨਸ my m2x ਮਾਈਨਸ m1xy ਮਾਈਨਸ ਮਾਈਨਸ ਪਲਸ m1 m2x ਸਕੁਅਰ, ਇਹੀ ਬਣੇਗੀ ਸਾਡੇ ਕੋਲ ਬੱਚੇ। ਤਾਂ ਇਹੀ ਸਾਡੇ ਕੋਲ ਅੱਗੇ ਅਸੀਂ ਡਰਾਈਵ ਕੀਤੀ ਹੋਈ ਹੈ ਇਜ਼ ਇਕੁਅਲ। ਹੁਣ ਜਿਹੜੀ ਸਾਡੇ ਕੋਲ ਐਕਸ ਵਾਈ ਜੀ 'ਚੋਂ ਕਾਮਨ ਨਿਕਲ ਰਿਹਾ, ਅਸੀਂ ਇਸ ਇਕੁਏਸ਼ਨ 'ਚੋਂ ਐਕਸ ਵਾਈ ਕਾਮਨ ਕੱਢਿਆ ਬੱਚੇ। ਜਿਹੜੀ ਸਾਨੂੰ ਸਟੇਟਮੈਂਟ 'ਚ ਦਿੱਤੀ ਹੋਈ ਹੈ ਅਸੀਂ ਉਹਨੂੰ 1 ਮਾਰਕ ਕੀਤਾ, ਅਤੇ ਜਿਹੜੀ ਹੁਣ ਆਹ ਇਕੁਏਸ਼ਨ ਅਸੀਂ ਫਾਰਮ ਕੀਤੀ ਇਹਨੂੰ ਅਸੀਂ ਨੇ ਸੈਕਿੰਡ ਮਾਰਕ ਕਰ ਲਿਆ। ਹੁਣ ਅਸੀਂ ਫਸਟ ਅਤੇ ਸੈਕਿੰਡ ਦਾ ਕੰਪੈਰੀਜ਼ਨ ਕਰਨਾ। ਫਸਟ ਅਤੇ ਸੈਕਿੰਡ ਦਾ ਕੰਪੈਰੀਜ਼ਨ ਕਰਨ ਤੋਂ ਬਾਅਦ ਬੱਚੇ ਅਸੀਂ ਨੇ ਦੇਖਿਆ, ਕਹਿੰਦੇ ਜਦੋਂ ਫਸਟ ਇਕੁਏਸ਼ਨ ਦੇ ਵਿੱਚ ਦੇਖੋ ਇੱਥੇ ਸਾਡੇ ਕੋਲ y ਦਾ ਕੋਫੀਸ਼ੀਐਂਟ ਕੀ ਹੈ, y ਸਕੁਅਰ ਦਾ ਕੋਫੀਸ਼ੀਐਂਟ ਕੀ ਹੈ 1। ਪਹਿਲਾਂ ਤਾਂ ਇਹਦਾ ਵੀ ਕੋਫੀਸ਼ੀਐਂਟ 1 ਬਣਾ ਲੈਣਾ ਬੱਚੇ। ਇਹ ਕੀ ਬਣ ਜਾਏਗਾ y ਸਕੁਅਰ ਪਲਸ a ਅਪੋਨ b
एक्स स्केयर प्लस 2h/b एक्स वाई इज इक्वल टू 0। ਅਸੀਂ ਸਿੱਧਾ ਕਹਿ ਲਈਏ ਕਿ b ਹੈ ਜਿਹੜਾ ਉਹ ਕਾਮਨ ਕਰ ਲਿਆ ਤਾਂ ਜੋ ਸਾਨੂੰ y ਦਾ ਜਿਹੜਾ y ਸਕੇਅਰ ਦਾ ਕੋਫੀਸ਼ੀਐਂਟ ਅੱਗੇ ਹੋ ਜਾਵੇ 1। ਹੁਣ y ਸਕੇਅਰ ਦਾ ਕੋਫੀਸ਼ੀਐਂਟ 1 ਹੋ ਗਿਆ ਬੱਚੇ। ਹੁਣ ਕੀ ਕਰੋ, ਕਹਿੰਦੇ ਇਹਨਾਂ ਦੋਹਾਂ ਦੇ ਵਿੱਚੋਂ ਕੋਫੀਸ਼ੀਐਂਟ ਕੰਪੇਅਰ ਕਰ ਲਓ। ਜਿਹੜੀ ਇਕੁਏਸ਼ਨ ਨੰਬਰ 2 ਆ ਉਹਦੇ ਵਿੱਚ y ਸਕੇਅਰ ਦਾ ਕੋਫੀਸ਼ੀਐਂਟ ਕਿੰਨਾ 1, ਇੱਧਰ ਵੀ ਕੀ ਆ 1। ਉਸ ਤੋਂ ਬਾਅਦ ਐਕਸ ਸਕੇਅਰ ਦਾ ਕੋਫੀਸ਼ੀਐਂਟ ਕੀ ਹੈ ਬੱਚੇ, ਐਕਸ ਸਕੇਅਰ ਦਾ ਕੋਫੀਸ਼ੀਐਂਟ ਇੱਧਰ ਹੈਗਾ ਸਾਡੇ ਕੋਲ ਇਸ ਇਕੁਏਸ਼ਨ ਦੇ ਵਿੱਚ ਐਕਸ ਸਕੇਅਰ ਦਾ ਕੋਫੀਸ਼ੀਐਂਟ m1 m2 ਅਤੇ ਇਸ ਇਕੁਏਸ਼ਨ ਦੇ ਵਿੱਚ ਕੀ ਆ a/b। ਤਾਂ ਬੱਚੇ ਅਸੀਂ ਕਿਹਾ ਕਹਿੰਦੇ ਦੋਹਾਂ ਜਦੋਂ ਇਕੁਏਸ਼ਨ ਸੇਮ ਨੇ ਰਿਪਰੈਜ਼ੈਂਟ ਸੇਮ ਚੀਜ਼ ਨੂੰ ਕਰ ਰਹੇ ਹਨ, ਦੋਨੋਂ ਹੀ ਲਾਈਨਸ ਨੂੰ ਰਿਪਰੈਜ਼ੈਂਟ ਕਰ ਰਹੇ ਹਨ, ਲਾਈਨ ਦੀ ਜੁਆਇੰਟ ਇਕੁਏਸ਼ਨ ਨੂੰ ਰਿਪਰੈਜ਼ੈਂਟ ਕਰ ਰਹੀਆਂ ਨੇ ਤਾਂ ਉਹਨਾਂ ਦੇ ਕੋਫੀਸ਼ੀਐਂਟ ਵੀ ਸੇਮ ਹੋਣੇ ਚਾਹੀਦੇ ਸੀ। ਤਾਂ m1 m2 ਦੀ ਵੈਲਿਊ ਕਿੰਨੀ ਹੈਗੀ a/b। ਉਸ ਤੋਂ ਬਾਅਦ ਬੱਚੇ ਐਕਸ ਵਾਈ ਦਾ ਕੋਫੀਸ਼ੀਐਂਟ ਦੇਖਿਆ, ਇੱਧਰ ਕੀ ਹੈ 2h/b, ਇੱਧਰ ਕੀ ਹੈ ਬੱਚੇ -m1 + m2। ਸੋ m1 + m2 ਮਾਈਨਸ ਉੱਧਰ ਚਲੇ ਗਿਆ -2h/b। ਬੱਚੇ ਸਾਡੇ ਕੋਲ ਕੀ ਆ ਗਿਆ ਆਫਟਰ ਕੰਪੈਰੀਜ਼ਨ। ਹੁਣ ਦੇਖੋ ਜੇ ਸਾਨੂੰ ਯਾਦ ਹੋਵੇ ਕਿ ਇਸ ਤੋਂ ਪਹਿਲਾਂ ਅਸੀਂ ਇੱਕ ਆਰਟੀਕਲ ਕਰ ਚੁੱਕੇ ਹਾਂ ਜਿਸ ਦੇ ਵਿੱਚ ਬੱਚੇ ਅਸੀਂ ਕਿਹਾ ਸੀ ਕਹਿੰਦੇ ਜਦੋਂ ਵੀ ਕੋਈ ਦੋ ਲਾਈਨਸ ਹੋਣ ਤਾਂ ਉਹਨਾਂ ਦੇ ਵਿੱਚ ਜੇ ਅਸੀਂ ਐਂਗਲ ਫਾਈਂਡ ਕਰਨਾ ਤਾਂ ਕਿਵੇਂ ਕਰ ਸਕਦੇ ਸੀ। ਇਸ ਤੋਂ ਪਹਿਲਾਂ ਅਸੀਂ ਵੀਡੀਓ ਦੇ ਵਿੱਚ ਇਹ ਆਰਟੀਕਲ ਜਿਹੜਾ ਡਿਸਕਸ ਕਰ ਚੁੱਕੇ ਹਾਂ ਤਾਂ ਅਸੀਂ ਸਿੱਧਾ ਹੀ ਉੱਥੋਂ ਫਾਰਮੂਲਾ ਲਵਾਂਗੇ ਬੱਚੇ। ਆਰਟੀਕਲ ਨੰਬਰ 8 ਸੀਗਾ, ਕਹਿੰਦੇ ਜੇਕਰ ਦੋ ਲਾਈਨਸ ਹੋਣ, ਦੋ ਲਾਈਨਸ ਦੇ ਵਿੱਚ ਐਂਗਲ ਸਾਨੂੰ ਹੋਵੇ, ਉੱਥੇ ਅਸੀਂ ਓਮੇਗਾ ਡੈਸ਼ ਜਾਂ ਥੀਟਾ ਡੈਸ਼ ਨਾਲ ਕੀਤਾ, ਕਹਿੰਦੇ ਉਹਦੀ ਵੈਲਿਊ ਕਿੰਨੀ ਹੁੰਦੀ ਸੀਗੀ m - m ਡੈਸ਼ ਸਾਈਨ ਓਮੇਗਾ upon 1 + m + m ਡੈਸ਼ cos ਓਮੇਗਾ + m1 m ਡੈਸ਼। ਇਹ ਸਾਨੂੰ ਅਸੀਂ ਪਿੱਛੇ ਪ੍ਰੂਫ ਕਰ ਚੁੱਕੇ ਹਾਂ। ਹੁਣ ਬਸ ਇਹਦਾ ਇੱਥੇ ਯੂਜ਼ ਕਰਨਾ। ਕਹਿੰਦੇ ਬੱਚੇ ਇੱਥੇ ਸਾਡੇ ਕੋਲ ਕੀ ਹੈ ਐਂਗਲ ਨੇ ਸਾਡੇ ਕੋਲ θ2 ਅਤੇ θ1 ਇਹਦੀ ਫਾਈਂਡ ਕਰਨੀ ਆ। ਇਸ ਨੂੰ ਅਸੀਂ ਸਪੋਜ਼ ਕਰ ਲਿਆ ਬੱਚੇ ਇਹਨੂੰ ਸਿੰਪਲ ਥੀਟਾ, ਕਹਿੰਦੇ ਟੈਨ ਥੀਟਾ ਫਾਈਂਡ ਕਰਨਾ। ਸੋ ਟੈਨ ਥੀਟਾ ਸਾਡੇ ਕੋਲ ਕੀ ਹੋਏਗਾ, ਦੇਖੋ ਹੁਣ ਉੱਥੇ ਸਲੋਪ ਕੀ ਸੀਗੀਆਂ ਉਹਦੀਆਂ m ਅਤੇ m ਡੈਸ਼ ਸੀਗੀਆਂ। ਹੁਣ ਇੱਥੇ ਜਿਹੜੀਆਂ ਅਸੀਂ ਲਾਈਨਸ ਲਈਆਂ ਨੇ ਉਹਨਾਂ ਦੀ ਵੈਲਿਊ ਕੀ, ਇੱਕ ਦੀ ਹੈਗੀ m1x ਦੂਸਰੇ ਦੀ ਹੈਗੀ ਹੈ m2x। ਤਾਂ ਇੱਕ ਦੀ ਸਲੋਪ ਹੈਗੀ ਹੈ m1 ਦੂਸਰੇ ਦੀ m2 ਅਤੇ ਇਹਨਾਂ ਵਿੱਚ ਇਨਕਲਾਈਨਡ ਐਂਗਲ ਅਗੇਨ ਬੱਚੇ ਓਮੇਗਾ ਹੀ ਹੈ, ਸੋ ਓਮੇਗਾ ਹੀ ਰਹਿਣ ਦਾਂਗੇ ਇਹਨੂੰ ਐਜ਼ ਇਟ ਇਜ਼। ਹੁਣ ਦੇਖੋ ਜਿਹੜੀਆਂ ਇਕੁਏਸ਼ਨਸ ਅਸੀਂ ਆ ਉੱਪਰ ਬਣਾਈਆਂ ਨੇ ਫਸਟ ਔਰ ਸੈਕਿੰਡ ਦਾ, ਇਹਦਾ ਵੀ ਕਿਤੇ ਯੂਜ਼ ਕਰਨਾ ਹੋਏਗਾ ਤਾਂ ਹੀ ਇਹ ਫਾਰਮ ਹੋਈਆਂ ਨੇ, ਅਦਰਵਾਈਜ਼ ਸਾਨੂੰ ਇਨਫੋਰਮ ਕਰਨ ਦੀ ਲੋੜ ਨਹੀਂ ਸੀ। ਹੁਣ ਦੇਖੋ ਬੱਚੇ ਅਸੀਂ ਨੇ ਕੀ ਫਾਈਂਡ ਕਰਨੇ ਆ, ਐਂਗਲ ਫਾਈਂਡ ਕਰਨਾ। ਤਾਂ ਜਿਹੜੀਆਂ ਉੱਪਰਲੀਆਂ ਨੇ ਉਹਨਾਂ ਦਾ ਕਿਤੇ ਨਾ ਕਿਤੇ ਸਾਡੇ ਕੋਲ ਇਹਦੇ ਵਿੱਚ ਯੂਜ਼ ਹੁੰਦਾ ਹੋਏਗਾ। ਸੋ ਅਸੀਂ ਕੀ ਕੀਤਾ, ਕਹਿੰਦੇ ਬੱਚੇ ਜਿਹੜੀ ਉੱਪਰ ਨੂੰ ਦੇਖਿਆ ਉਹਦੇ ਵਿੱਚ ਸਾਨੂੰ m1 + m2 ਇਹਦੀ ਵੈਲਿਊ ਪਤਾ, ਇੱਕ ਬੱਚੇ m1 m2 ਦੀ ਪ੍ਰੋਡਕਟ ਦੀ ਵੈਲਿਊ ਪਤਾ। ਦੇਖੋ ਜਿਹੜੇ ਫਾਰਮੂਲੇ ਦੇ ਵਿੱਚ m1 m2 ਦੀ ਹੈਗੀ ਹੈ ਵੈਲਿਊ, m + m2 ਵੀ ਹੈਗਾ, ਇਹਦੀ ਵੀ ਵੈਲਿਊ ਫੁੱਲ ਕਰ ਸਕਦੇ ਹਾਂ। ਬਟ ਜਿਹੜਾ ਉੱਪਰ ਆ ਬੱਚੇ ਸਾਈਨ ਦੇ ਨਾਲ m - m1 - m2 ਸਾਨੂੰ ਇਹਦੀ ਵੈਲਿਊ ਨਹੀਂ ਪਤਾ, ਤਾਂ ਇਹਦੀ ਅਸੀਂ ਕਿਵੇਂ ਸਬਸਟੀਟਿਊਟ ਕਰਾਂਗੇ। ਤਾਂ ਬੱਚੇ ਅਸੀਂ ਨੇ ਇੱਕ ਫਾਰਮੂਲਾ ਇਹਨੂੰ ਕੰਪਲੀਟ ਸਕੇਅਰਿੰਗ ਕੰਪਲੀਟ ਦਾ ਫਾਰਮੂਲਾ ਲਗਾਇਆ। ਕਹਿੰਦੇ ਸਾਨੂੰ ਪਤਾ m1 + m2 ਦੀ ਹੋਲ ਸਕੇਅਰ ਕਿਹਦੇ ਇਕੁਅਲ ਹੁੰਦਾ, m1 ਦੀ ਸਕੇਅਰ + m2 ਦੀ ਸਕੇਅਰ + 2m1 m2। ਜਾਂ ਇਹ ਕਹਿ ਲਓ ਬੱਚੇ a + b ਦੀ ਹੋਲ ਸਕੇਅਰ ਕਿਹਦੇ ਇਕੁਅਲ ਹੁੰਦਾ, a² + b² + 2ab। ਸੋ ਇਹੀ ਇਸ ਫਾਰਮੂਲੇ ਨੂੰ ਫਾਈਂਡ ਕਰਨਾ। ਅਸੀਂ ਕਿਹਾ ਕਹਿੰਦੇ ਇਹਦੀ ਸਕੇਅਰਿੰਗ ਕਰਤੀ ਅਤੇ ਇਹਦਾ ਸਕੇਅਰ ਰੂਟ ਕਰਤਾ। ਕਹਿੰਦੇ ਜਦੋਂ ਇਹਦੀ ਸਕੇਅਰਿੰਗ ਅਤੇ ਸਕੇਅਰ ਰੂਟ ਕਰਾਂਗੇ ਬੱਚੇ ਇਹਨੂੰ ਫਾਰਮੂਲਾ ਓਪਨ ਕਰਾਂਗੇ ਇਹ ਟਰਮ ਬਣੂਗੀ। ਬਟ ਸਾਨੂੰ ਤਾਂ ਵੈਲਿਊ ਪਲੱਸ ਦੀ ਫਾਰਮ 'ਚ ਪਤਾ, ਮਾਈਨਸ ਦੀ ਫਾਰਮ 'ਚ ਨਹੀਂ। ਤਾਂ ਅਸੀਂ ਪਲੱਸ ਵਾਲੀ ਟਰਮ ਦੀ ਹੋਲ ਸਕੇਅਰ ਬਣਾ ਲੈਂਦੇ ਹਾਂ ਤਾਂ ਬੱਚੇ ਜਿਹੜਾ ਪਿੱਛੇ ਬਚੇਗਾ ਉਹ ਸਾਨੂੰ m1 m2 ਦੀ ਫਾਰਮ 'ਚ ਬਣੇਗਾ। ਸੋ ਅਸੀਂ ਕੀ ਕੀਤਾ, ਇੱਕ ਵਾਰੀ 2m1 m2 ਸਬਟਰੈਕਟ ਕੀਤਾ, ਐਡ ਕੀਤਾ। ਜੋ ਐਡੀਸ਼ਨ ਵਾਲਾ ਸੀ ਉਹਨੂੰ ਅਸੀਂ ਨੇ ਪਹਿਲਾਂ ਫਾਰਮੂਲੇ ਨਾਲ ਕੰਪਲੀਟ ਕਰ ਲਿਆ, ਜੋ ਸਬਟਰੈਕਸ਼ਨ ਵਾਲਾ ਸੀ ਉਹਨੂੰ ਅਸੀਂ ਐਜ਼ ਇਟ ਇਜ਼ ਰੱਖ ਲਿਆ। ਹੁਣ ਜਦੋਂ ਇਹ ਸਾਰਾ ਕੁਝ ਹੋ ਗਿਆ ਬੱਚੇ ਉਸ ਤੋਂ ਬਾਅਦ ਸਾਡੇ ਕੋਲ ਆਹ ਫਾਰਮੂਲਾ ਇਸ ਤਰ੍ਹਾਂ ਦਾ ਡਰਾਈਵ ਹੋ ਜਾਏਗਾ। ਅਸੀਂ m1 - m2 ਨੂੰ ਰਿਪਲੇਸ ਕਰਤਾ ਪਲੱਸ ਵਾਲੀ ਟਰਮ ਦੇ ਨਾਲ। ਹੁਣ ਇਸ ਤੋਂ ਬਾਅਦ ਤਾਂ ਬੱਚੇ ਸਾਨੂੰ ਉੱਪਰ ਵੈਲਿਊਜ਼ ਪਤਾ ਨੇ, m1 + m2 ਦੀ ਵੈਲਿਊ ਕਿੰਨੀ ਕੱਢੀ ਆ -2h/b ਐਂਡ m1 m2 ਪ੍ਰੋਡਕਟ ਦੀ ਵੈਲਿਊ ਕੱਢੀ ਗਈ ਆ a/b। ਸਬਸਟੀਟਿਊਟ ਕਰ ਦਾਂਗੇ ਬੱਚੇ, ਸੋਲਵ ਕਰ ਲਾਂਗੇ, ਸਾਨੂੰ ਕੀ ਮਿਲ ਜਾਏਗਾ ਐਂਗਲ ਬਿਟਵੀਨ ਪੇਅਰ ਆਫ ਲਾਈਨ। ਸਾਨੂੰ ਕੋਈ ਵੀ ਦੋ ਲਾਈਨਸ ਦਾ ਪੇਅਰ ਜੋ ਦਿੱਤਾ ਹੋਇਆ ਸਾਡੇ ਕੋਲ ਉਹਦਾ ਐਂਗਲ ਫਾਈਂਡ ਹੋ ਜਾਏਗਾ। ਇਹ ਸੀਗਾ ਬੱਚੇ ਸਾਡੇ ਕੋਲ ਆਰਟੀਕਲ ਨੰਬਰ 11। ਹੁਣ ਇਸ ਤੋਂ ਬਾਅਦ ਨੈਕਸਟ ਦੇਖਦੇ ਹਾਂ ਇੰਪੋਰਟੈਂਟ ਥੋੜ੍ਹਾ ਜਿਹਾ, ਕਹਿੰਦੇ ਓਬਲੀਕ ਐਕਸਿਸ ਫਰੋਮ ਰਿਟੈਂਗੂਲਰ ਐਕਸਿਸ। ਦੇਖੋ ਅਸੀਂ ਕੀ ਕਿਹਾ, ਕਹਿੰਦੇ ਰਿਟੈਂਗੂਲਰ ਐਕਸਿਸ ਕੀ ਹੁੰਦੀਆਂ ਨੇ, ਉਹ ਵਾਲੀਆਂ ਜਿਹਦੇ ਵਿੱਚ ਸਾਡੇ ਕੋਲ ਕੀ ਹੁੰਦਾ ਸੀਗਾ ਐਕਸ ਐਕਸਿਸ ਅਤੇ ਵਾਈ ਐਕਸਿਸ ਦੇ ਵਿੱਚ ਕਿੰਨੇ ਡਿਗਰੀ ਦਾ ਐਂਗਲ, 90 ਡਿਗਰੀ ਦਾ ਐਂਗਲ ਬਣਦਾ ਸੀਗਾ। ਬਟ ਓਬਲੀਕ ਐਕਸਿਸ ਕੀ ਹੁੰਦੀਆਂ ਨੇ, ਕਹਿੰਦੇ 90 ਦਾ ਐਂਗਲ ਨਹੀਂ ਹੋਏਗਾ, ਹੋਰ ਜਿਹੜਾ ਮਰਜ਼ੀ ਐਂਗਲ ਸਾਡੇ ਕੋਲ ਹੋ ਸਕਦਾ ਜਿਹਨੂੰ ਅਸੀਂ ਜਨਰਲੀ ਓਮੇਗਾ ਕਹਿ ਦਿੰਦੇ ਹਾਂ। ਕਹਿੰਦੇ ਕਈ ਵਾਰੀ ਬੱਚੇ ਹੁਣ ਜੇ ਸਾਨੂੰ ਅਸੀਂ ਕਹੀਏ ਕਹਿੰਦੇ ਜਿਹੜਾ ਮੰਨ ਲਓ ਸਾਡੇ ਕੋਲ ਆਹ ਪੁਆਇੰਟ ਸੀਗਾ, ਕੋਈ ਰਿਟੈਂਗੂਲਰ ਐਕਸਿਸ ਸੀ, ਇੱਥੇ ਕੋਈ ਪੁਆਇੰਟ ਪਿਆ 2 ਅਤੇ 3 ਪੁਆਇੰਟ। ਹੁਣ ਇਹ ਪੁਆਇੰਟ ਜਦੋਂ ਬੱਚੇ ਅਸੀਂ ਇਹਦੇ ਅਕੋਰਡਿੰਗ ਦੇਖਿਆ ਠੀਕ ਸੀ, ਇਹਨਾਂ ਦੇ ਵਿੱਚ 90 ਡਿਗਰੀ ਐਂਗਲ ਬਣਦਾ ਸੀ। ਹੁਣ ਮੈਂ ਕਹਾਂ ਕਹਿੰਦੇ ਜਿਹੜਾ
वाई एक्सिस का मैं किते उरे मान लिया तो हुण इन्हां दे विच 45 का एंगल बन गया। तो हुण इस पॉइंट की पोजीशन की होएगी, हुण 2-3 पॉइंट नूं तुसीं कित्थे मार्क करोगे, क्योंकि बच्चे हुण इहदे अकॉर्डिंग डायग्राम भी तो चेंज होएगी, फिर हुण इहनूं कित्थे मार्क करोगे तुसीं। जे असीं की कहंदे जे असीं ओबलीक एक्सिस दे जिहड़े कोआर्डीनेट्स ने उहनूं रिटैंगुलर एक्सिस रिप्रजेंट करना होवे, जां रेक्टेंगुलर एक्सिस दे जो कोआर्डीनेट्स ने उन्हां नूं असीं ओबलीक एक्सिस च ट्रांसफर करना होवे तां किस तरह असीं करांगे। ਇਹਦਾ ਪ੍ਰੂਫ ਦੇਖਦੇ ਹਾਂ ਬੱਚੇ। ਸਭ ਤੋਂ ਪਹਿਲਾਂ ਕੀ ਲਿਆ, ਕਹਿੰਦੇ ਅਸੀਂ ਲੈਟ ਕੀਤਾ OX OY, ਇਹ ਸਾਡੀਆਂ ਰਿਟੈਂਗੂਲਰ ਐਕਸਿਸ ਨੇ, ਐਂਡ OX ਅਤੇ OY ਡੈਸ਼, ਬੱਚੇ ਇੱਥੇ Y ਡੈਸ਼ ਲੈ ਲਿਓ, ਇਹ Y ਡੈਸ਼ ਸਾਡੇ ਕੋਲ ਕੀ ਆ, ਓਬਲੀਕ ਐਕਸਿਸ ਨੇ। ਅੱਗੇ ਉਸ ਤੋਂ ਬਾਅਦ ਬੱਚੇ ਅਸੀਂ ਜਿਹੜਾ ਇੱਕ ਪੁਆਇੰਟ ਲਿਆ P, ਕਹਿੰਦੇ PX ਡੈਸ਼ Y ਡੈਸ਼ ਵੀ ਦਾ ਕੋਆਰਡੀਨੇਟਸ ਆਫ P ਰੈਫਰ ਟੂ ਦਾ ਰਿਟੈਂਗੂਲਰ ਐਕਸਿਸ। ਜਿਹੜੇ ਬੱਚੇ ਅਸੀਂ ਇਹਦੇ X ਡੈਸ਼ Y ਡੈਸ਼ ਕੋਆਰਡੀਨੇਟਸ ਲੈਣੇ, ਇਹ ਸਾਡੇ ਕੋਲ ਕਿਹਦੇ ਅਕੋਰਡਿੰਗ ਨੇ, ਜਦੋਂ ਰਿਟੈਂਗੂਲਰ ਐਕਸਿਸ ਦੇ ਅਕੋਰਡਿੰਗ ਨੇ। फिर इसे पॉइंट में जो असी ओबलीक एक्सिस के थ्रू देखा तो असी ये मन्ने कोआर्डीनेट्स की ने X एंड Y रैफर टू द ओबलीक एक्सिस, उस टाइम ये कोआर्डीनेट्स की ने X Y। देखो बच्चे जेकर ये साडे कोल रिटैंगुलर दे विच X डैश Y डैश है, इसका मतलब O तो लैके M तक की लेंथ कितनी है X डैश, एंड M तो लैके P की वैल्यू कितनी है Y डैश। अगे ही लिखा कहना OM की कितनी वैल्यू X डैश, PM की वैल्यू कितनी है साडे कोल Y डैश। हुण ओबलीक एक्सिस के थ्रू देखिए बच्चे तो ओबलीक एक्सिस सानू की आ ਜਿਹੜੀ ਇਸ वाई ਦੇ ਪੈਰਲਰ ਹੋਵੇ, ਜਿਵੇਂ ਹੁਣ ਸਾਡੇ ਕੋਲ ਕੀ ਸੀ ਵਿੱਚ, ਹਾਂਜੀ ਕਹਿੰਦੇ ਬੱਚੇ PM, ਹੁਣ ਇੱਥੇ ਜਿਹੜਾ ਆਪਣੇ ਕੋਲ ON ਆ ਨਾ, ਇਹ ਹੋਏਗਾ ਸਾਡੇ ਕੋਲ ਕਿੰਨਾ X, क्योंकि बच्चे जो ओबलीक एक्सिस के अकॉर्डिंग असीं पॉइंट देखते हैं। हुण वाई एक्सिस के पैरलल लाइन तो आई है, तो इसका मतलब ये जिथे जाके असीं कलैक्ट किया उही साडे कोल इहदे कोआर्डीनेट्स होणगे। तो ON की वैल्यू कितनी है X, ते जिहड़ी NP आ इहदी वैल्यू कितनी आ Y, क्योंकि असीं किहड़े कोआर्डीनेट्स लैने X ते Y रैफर टू द ओबलीक एक्सिस कोआर्डीनेट्स लैने। ਹੁਣ ਦੇਖੋ ਅਸੀਂ ਇਹਦੇ ਉੱਤੇ ਜਿਹੜੀ ਬੱਚੇ ਪਾਇਥਾਗੋਰਸ ਥਿਓਰਮ ਲਗਾ ਸਕਦੇ ਹਾਂ, ਕਹਿੰਦੇ ਉਰੇ ਸਾਡੇ ਕੋਲ ਕੀ ਹੈ 90 ਡਿਗਰੀ ਦਾ ਐਂਗਲ ਆ, ਤਾਂ ਉਹਦੇ ਅਕੋਰਡਿੰਗ ਅਸੀਂ ਸਾਰੀਆਂ ਜਿਹੜੀਆਂ ਸੈਟਿੰਗਸ ਨੇ ਉਹ ਕਰ ਸਕਦੇ ਹਾਂ। ਹੁਣ ਸਭ ਤੋਂ ਪਹਿਲਾਂ ਤਾਂ ਅਸੀਂ ਬੱਚੇ ਓਬਲੀਕ ਨੂੰ ਰਿਟੈਂਗੂਲਰ 'ਚ ਕਰਨਾ ਹੋਵੇ, ਜੇ ਕਹਿੰਦਾ ਸਾਡੇ ਕੋਲ ਓਬਲੀਕ ਕੋਆਰਡੀਨੇਟਸ ਦਿੱਤੇ ਹੋਏ ਨੇ ਅਤੇ ਕਿਹਾ ਹੋਇਆ ਕਿ ਇਹਨੂੰ ਰਿਟੈਂਗੂਲਰ ਕੋਆਰਡੀਨੇਟਸ ਦੇ ਵਿੱਚ ਰਿਪਰਜੈਂਟ ਕਰੋ, ਤਾਂ ਕਿਵੇਂ ਕਰਾਂਗੇ। ਦੇਖੋ ਓਬਲੀਕ ਕੋਆਰਡੀਨੇਟ ਕਿਹੜੇ ਨੇ X ਐਂਡ Y। X ਦੀ ਵੈਲਿਊ ਕੀ ਹੈ ਬੱਚੇ, ਇਹ ON। ਦੇਖੋ ON ਨੂੰ ਅਸੀਂ ਇਹ ਲਿਖ ਸਕਦੇ ਹਾਂ OM ਮਾਈਨਸ NM, क्योंकि देखो जे ON की लेंथ चाहिए तो सारी दे विचों असीं NM नूं माइनस कर दिए, सानूं ON नहीं मिलेगा, तो असीं ये चीज़ लिख सकते हैं। उस तो बाद बच्चे सानूं OM की वैल्यू पता कितनी है टोटल X डैश माइनस NM नूं एज इट इज़ रहन दो। देखो NM बच्चे इस राइट एंगल ट्राइंगल दे विच एग्जिस्ट कर रहा, किते एक लेंथ नूं रिप्रजेंट कर रहा। देखो इस रिटैंगल दे विच जिहड़ी ट्राइंगल आ, सॉरी ट्राइंगल दे विच सानूं इहदी वैल्यू पता Y डैश आ, ਇਹਦੀ ਅਜੇ ਨਹੀਂ ਪਤਾ, ਇਹ ਅਸੀਂ ਕੱਢਣੀ ਆ। ਹੁਣ ਜਦੋਂ ਸਾਨੂੰ ਪਰਪੈਂਡੀਕੂਲਰ ਪਤਾ ਬੱਚੇ, ਅਸੀਂ ਕੀ ਫਾਈਂਡ ਕਰਨਾ ਚਾਹੁੰਦੇ ਹਾਂ, ਸਾਡਾ ਫਾਈਂਡ ਕਰਨੀ ਹੈ ਅਸੀਂ ਨੇ NM, ਮਤਲਬ ਕਿ ਇਹਦਾ ਬੇਸ ਫਾਈਂਡ ਆਊਟ ਕਰਨਾ ਚਾਹੁੰਦੇ ਹਾਂ। ਤਾਂ ਅਸੀਂ ਬੇਸ ਕਿਵੇਂ ਫਾਈਂਡ ਕਰਾਂਗੇ ਬੱਚੇ, ਦੇਖੋ ਹੁਣ ਸਾਨੂੰ ਕੀ ਗਿਵਨ ਆ, ਕੀ ਅਸੀਂ ਨੇ ਲੈਣਾ। ਅਗੇਨ ਸਾਡੇ ਕੋਲ ਜਿਹੜੀ ਆਹ ਵੈਲਿਊ ਬੱਚੇ ਇਹ ਵੀ ਸਾਨੂੰ ਪਤਾ ਹੈ ਕਿੰਨੀ ਆ, Y ਵੈਲਿਊ ਆ, ਇੱਥੇ Y ਡੈਸ਼ ਆ ਅਤੇ ਆਹ ਵੈਲਿਊ ਸਾਡੇ ਕੋਲ ਕੀ ਆ, Y ਆ। ਹੁਣ ਅਸੀਂ ਕਿਹਦੇ ਵਿੱਚ ਰਿਪਰਜੈਂਟ ਕਰਨਾ ਬੱਚੇ, ਸਾਨੂੰ ਓਬਲੀਕ ਐਕਸਿਸ ਨੂੰ ਕੀ 'ਚ ਰਿਟੈਂਗੂਲਰ ਐਕਸਿਸ 'ਚ ਕਨਵਰਟ ਕਰਨਾ। ਤਾਂ ਦੇਖੀਏ ਸਾਡੇ ਕੋਲ ਬੱਚੇ, ਸਾਡੇ ਕੋਲ ਕੀ ਹੁੰਦਾ, ਪੰਡਿਤ ਬਦਰੀ ਪ੍ਰਸਾਦ ਹਰ ਹਰ ਬੋਲੇ, ਇਸ ਫਾਰਮ 'ਚ ਅਸੀਂ ਲਿਖਦੇ ਹਾਂ। ਤਾਂ ਕਿਹਦੇ ਵਿੱਚ ਬੇਸ ਜਾਂ ਹਾਈਪੋਟੀਨਿਊਜ਼ ਜਾਂ ਵਿੱਚ ਬੱਚੇ ਪਰਪੈਂਡੀਕੂਲਰ ਜਾਂ ਹਾਈਪੋਟੀਨਿਊਜ਼ ਦਾ ਅਸੀਂ ਯੂਜ਼ ਕਰ ਸਕਦੇ ਹਾਂ। ਸਾਡੇ ਕੋਲ ਇੱਕ ਮਿੰਟ ਇੱਥੇ हाँ जी देखो आही है बच्चे, कहते ये परपेंडिकुलर भी यूज़ हो रहा तो बेस भी यूज़ हो रहा। तो बच्चे असी की करांगे, असी आ फॉर्मूला यूज़ करांगे। तो जे असी एवें लिखांगे तो यह हो जाऊगा बेस की वैल्यू सानू पता Y डैश अपॉन, सॉरी परपेंडिकुलर की लेंथ सानू पता Y डैश अपॉन बेस सानू नहीं पता बच्चे बेस की है NM इज इक्वल टू कि होंगे है टैन थीटा दे, साइन कॉस टैन थीटा की थां की आ ओमेगा। हुण देखो बच्चे NM उधर ले जाओ, बट सानू तो NM की वैल्यू चाहिए सी, टैन इधर आ जाएगा 1 अपॉन टैन कि इक्वल होंगे कॉट दे। सो बच्चे इत्थे की आ जाएगा Y डैश इंटू कॉट ऑफ ओमेगा। सो इत्थे करैक्शन कर लो बच्चे, इत्थे आएगा साडे कोल X इज इक्वल टू X डैश माइनस Y डैश इंटू कॉट ऑफ ओमेगा। ये सीगा साडा ਕਿਹੜਾ ਓਬਲੀਕ ਐਕਸਿਸ ਦਾ ਕੋਆਰਡੀਨੇਟ ਇਨ ਦਾ ਰਿਟੈਂਗੂਲਰ ਐਕਸਿਸ, ਪਹਿਲਾ ਕੋਆਰਡੀਨੇਟ X ਕੋਆਰਡੀਨੇਟ। ਹੁਣ ਅੱਗੇ ਹੈਗਾ ਸਾਡੇ ਕੋਲ Y ਨੂੰ ਕਿਵੇਂ ਲਿਖ ਸਕਦੇ ਹਾਂ ਬੱਚੇ, ਦੇਖੋ ਅਗੇਨ Y ਕਿਹਨੂੰ ਰਿਪਰਜੈਂਟ ਕਰ ਰਿਹਾ, ਕਿਸ ਲੈਂਥ ਨੂੰ ਰਿਪਰਜੈਂਟ ਕਰ ਰਿਹਾ। Y ਸਾਡੇ ਕੋਲ ਕੀ ਸੀਗਾ NP ਦੀ ਵੈਲਿਊ, ਇਸ NP ਦੀ ਅਗੇਨ ਦੇਖੋ ਬੱਚੇ ਆ NP ਇਸ ਇੱਕ ਜਿਹੜੀ ਰਾਈਟ ਐਂਗਲ ਟਰਾਇੰਗਲ ਆ ਇਹਦੀ ਇੱਕ ਸਾਈਡ ਆ, ਤਾਂ ਸਾਈਡ ਨੂੰ ਅਸੀਂ ਫਿਰ ਦੇਖੋ ਦੁਬਾਰਾ ਕਿਵੇਂ ਰਿਪਰਜੈਂਟ ਕਰ ਸਕਦੇ ਹਾਂ। ਇਹ ਕੀ ਆ ਹਾਈਪੋਟੀਨਿਊਜ਼, ਕਿਹਦੇ ਵਿੱਚ ਸਾਡੇ ਕੋਲ ਹਾਈਪੋਟੀਨਿਊਜ਼ ਆਉਂਦਾ,
ਹਾਈਪੋਟੀਨਿਊਜ਼ ਆਵੇ, ਦੇਖੋ ਸਿਰਫ ਇਹਦੇ ਵਿੱਚੋਂ ਸਾਨੂੰ ਪਰਪੈਂਡੀਕੂਲਰ ਦੀ ਵੈਲਿਊ ਪਤਾ, ਇੱਕ ਪਰਪੈਂਡੀਕੂਲਰ ਆਵੇ ਇੱਕ ਹਾਈਪੋਟੀਨਿਊਜ਼ ਆਵੇ, ਇਸ ਦਾ ਮਤਲਬ ਆਹੀ ਫਾਰਮੂਲਾ ਯੂਜ਼ ਹੋ ਸਕਦਾ ਬੱਚੇ ਕਿਹਦੇ ਇਕੁਅਲ ਹੁੰਦਾ ਸਾਈਨ ਦੇ। ਸੋ ਅਸੀਂ ਲਿਖ ਸਕਦੇ ਹਾਂ ਵਾਈ ਡੈਸ਼ ਅਪੋਨ ਐਚ ਦੀ ਵੈਲਿਊ ਤਾਂ ਅਸੀਂ ਨੇ ਰਿਪਰਜੈਂਟ ਕਰਨਾ ਵਾਈ ਡੈਸ਼ ਅਪੋਨ ਐਚ ਇਜ਼ ਇਕੁਅਲ ਟੂ ਕਿਹਦੇ ਹੁੰਦਾ ਸਾਈਨ ਆਫ ਥੀਟਾ ਦੇ। ਬੱਚੇ ਸਾਨੂੰ ਐਚ ਦੀ ਵੈਲਿਊ ਚਾਹੀਦੀ ਹੈ, ਸਾਈਨ ਇੱਧਰ ਆ ਜਾਏਗਾ, ਵਾਈ ਡੈਸ਼ ਅਪੋਨ ਸਾਈਨ ਕਿਹਦੇ ਇਕੁਅਲ ਹੋ ਜਾਏਗਾ 1 ਅਪੋਨ ਸਾਈਨ ਕਿਹਦੇ ਇਕੁਅਲ ਹੁੰਦਾ ਕੋਸਿਕੈਂਟ। ਸੋ ਵਾਈ ਨੂੰ ਅਸੀਂ ਕਿਵੇਂ ਲਿਖ ਸਕਦੇ ਹਾਂ ਵਾਈ ਡੈਸ਼ ਇੰਟੂ ਕੋਸਿਕੈਂਟ ਆਫ ਓਮੇਗਾ, ਕੋਸੈਕ ਆਫ ਓਮੇਗਾ ਇਸ ਫਾਰਮ 'ਚ। ਸੋ ਅਬਲੀਕ ਐਕਸਿਸ ਨੂੰ ਅਸੀਂ ਰਿਟੈਂਗੂਲਰ ਐਕਸਿਸ 'ਚ ਕਨਵਰਟ ਕਰਤਾ। ਸੋ ਬੱਚੇ ਇੱਥੇ ਕੋਸ ਦੀ ਥਾਂ 'ਤੇ ਜ਼ਰੂਰ ਕਾਟ ਕਰ ਲਿਓ, ਬਾਕੀ ਆਪਣੇ ਕੋਲ ਸੇਮ ਆ। ਹੁਣ ਦੇਖੋ ਅਸੀਂ ਕੀ ਕਰਨਾ ਹੈ, ਕਹਿੰਦੇ ਹੁਣ ਅਸੀਂ ਰਿਪਰਜੈਂਟ ਕਰਨਾ ਰਿਟੈਂਗੂਲਰ ਐਕਸਿਸ ਨੂੰ ਅਬਲੀਕ ਐਕਸਿਸ 'ਚ। ਰਿਟੈਂਗੂਲਰ ਐਕਸਿਸ ਦਾ ਵੀ ਸੇਮ ਪ੍ਰੋਸੀਜਰ ਬੱਚੇ, ਇਸ ਦਾ ਮਤਲਬ ਹੁਣ ਅਸੀਂ ਐਕਸ ਡੈਸ਼ ਨੂੰ ਅਤੇ ਇਸ ਵਾਈ ਡੈਸ਼ ਨੂੰ ਕਿਹਦੀ ਫਾਰਮ 'ਚ ਰਿਪਰਜੈਂਟ ਕਰਨਾ ਐਕਸ ਅਤੇ ਵਾਈ ਦੀ ਫਾਰਮ ਦੇ ਵਿੱਚ ਰਿਪਰਜੈਂਟ ਕਰਨਾ। ਅਗੇਨ ਬੱਚੇ ਇਹਦੇ ਉੱਤੇ ਉਹੀ ਫਾਰਮੂਲੇ ਲਗਾ ਦਾਂਗੇ। ਕਹਿੰਦਾ ਐਕਸ ਡੈਸ਼ ਨੂੰ ਅਸੀਂ ਕਿਵੇਂ ਲਿਖ ਸਕਦੇ ਹਾਂ ਓ ਐਨ ਪਲੱਸ ਐਨ ਐਮ। ਓ ਐਨ ਦੀ ਵੈਲਿਊ ਤਾਂ ਸਾਨੂੰ ਪਤਾ ਕਿ ਐਕਸ ਆ ਐਂਡ ਐਨ ਐਮ ਦੀ ਵੈਲਿਊ ਸਾਡੇ ਕੋਲ ਅਗੇਨ ਫਾਈਂਡ ਕਰ ਲਾਂਗੇ, ਬਟ ਹੁਣ ਧਿਆਨ ਰੱਖਣਾ ਬੱਚੇ ਵਾਈ ਦੀ ਫਾਰਮ 'ਚ ਫਾਈਂਡ ਕਰਨੀ ਆ। ਇੱਥੇ ਵਾਈ ਡੈਸ਼ ਨਹੀਂ ਆਉਣਾ ਚਾਹੀਦਾ ਕਿਉਂਕਿ ਅਸੀਂ ਕੀ ਕਰ ਰਹੇ ਹਾਂ ਰਿਟੈਂਗੂਲਰ ਐਕਸਿਸ ਨੂੰ ਅਬਲੀਕ ਦੇ ਵਿੱਚ ਰਿਪਰਜੈਂਟ ਕਰ ਰਹੇ ਹਾਂ। ਐਕਸ ਡੈਸ਼ ਵਾਈ ਡੈਸ਼ ਨੂੰ ਐਕਸ ਅਤੇ ਵਾਈ ਦੀ ਫਾਰਮ ਦੇ ਵਿੱਚ ਰਿਪਰਜੈਂਟ ਕਰ ਰਹੇ ਹਾਂ। ਇਸੇ ਤਰ੍ਹਾਂ ਅਸੀਂ ਵਾਈ ਡੈਸ਼ ਨੂੰ ਵੀ ਵਿੱਚ ਰਿਪਰਜੈਂਟ ਕਰਨਾ ਕਿਹਦੀ ਫਾਰਮ ਦੇ ਵਿੱਚ ਵਾਈ ਦੀ ਫਾਰਮ ਦੇ ਵਿੱਚ ਜਾਂ ਐਕਸ ਦਾ ਵਾਈ ਦੀ ਫਾਰਮ ਦੇ ਵਿੱਚ। ਇਹ ਸੀਗਾ ਸਾਡਾ ਆਰਟੀਕਲ ਨੰਬਰ 12 ਅਬਲੀਕ ਐਕਸਿਸ ਫਰੋਮ ਆ ਰਿਟੈਂਗੂਲਰ ਐਕਸਿਸ, ਕਿਵੇਂ ਅਸੀਂ ਕੋਆਰਡੀਨੇਟਸ ਨੂੰ ਜਿਹੜਾ ਉਹ ਰਿਪਰਜੈਂਟ ਕਰਦੇ ਹਾਂ। ਆਈ ਹੋਪ ਪੂਰੇ ਤੱਕ ਕਲੀਅਰ ਹੋਇਆ ਹੋਵੇਗਾ ਬੱਚੇ। ਜੇਕਰ ਕੋਈ ਡਾਊਟ ਹੋਇਆ ਤਾਂ ਮੈਨੂੰ ਕਮੈਂਟ ਬਾਕਸ 'ਚ ਦੱਸ ਦਿਓ। ਥੈਂਕ ਯੂ ਫॉर ਵਾਚਿੰਗ।